फरीदा खिंथड़ में खां अगलियां, फरीदा खिंथड़ में खां अगलियां, जिंद ना काई मेख वारी आपो अपनी, चले मसाइक शेख वारी आपो अपनी, चले मसाइक शेख। फरीदा खिंथड़ मेखा अगलियां, जिंद ना काई मेख वारी आपो अपनी, चले मसाइक शेख। एक खड़सक होए रुख दे नाल ढोल आके बैठे बाबा फरीद जी। छोटा जिहा जंगल का टुकड़ा है, एकांत है। बाबा फरीद जी उस खड़ सुक जे होए रुख दे नाल ढोल आई बैठे ने। बिरद शरीर है, हड्डियां ने मास छड़ दिता है, सारे शरीर दे उपर झुरड़ियां पईयां ने। बुढ़ापे का असर काफ़ी है। सारी जिंदगी जंगल वेले गाउंदियां उस सच्चे रब दी भाल तलाश करदियां बाबा फरीद जी ने 36 वरियां दे करीब सारी जवानी इन्हां जंगल बेलियां विच रब नूं लभदियां लंघाई। अज बुढ़े होए बिरध होए बाबा फरीद बैठे हुए ने एकांत विच रुख दे हेठ ढासना लाया होया। आप जिन्हों बाणी विच भी जिक्र करते ने अपने बिरध अवस्था दा, बुढ़ी हुई उम्र का जिक्र करदियां कहंदे ने बाबा फरीद जी बुढ़ा होआ शेख फरीद कंबन लगी दे, बुढ़ा हुआ शेख फरीद कंबन लगी दे, जे 100 वरियां जीवना पीतन हो सीखे। आप जिक्र करते बाबा फरीद जी कहते जदों शरीर बिरध हो गया अपनिया लत्तां नूं पिंजणियां नूं हथ ला के वेखदे ने, क्योंकि साध संगत जिंदगी ते मौत दे घोल नूं जायों कह लै कि मौत नूं बाबा फरीद जी ने बड़ा नेड़ियों हो के वेख्या। और कल्ला वेख्या ही नहीं, सानू समझाउण दा भी पूरा यतन कीता कि जिंदगी है कि ये मौत की चीज है। ये जिंदगी मौत दे घोल कई वार घुले जा चुके ने, जित आखिरकार मौत दी हुंदी है हर वार। ते बाबा फरीद जी अपने बुढ़े हुए शरीर वाल वेखदे ने, अपनियां पिंजणियां लत्तां पिन्नियां जिन्हों कहंदे ने पंजाबी विच, वेखदे ने कि हड्डियां ने मास छड़ दिता है, ढिलक गईयां ने ਉਹ ਲੱਤਾਂ। बाबा फरीद जी कहते बड़ी जान सी कदे इन्हां लत्तां दे विच। फरीदा इन्हां निक्कियां निक्कियां लत्तां दे नाल बड़े जंगल वेले गाए ने, वो सच्चे रब नूं लभदिआं बड़ी वार पहाड़ियां ते चढ़ाइयां चढ़िया, डूंघियां डूंघियां खड्डां दे विच उतरिया सैं, सागरां दे कंढियां नूं कई वार नापिया, मारू थल गाहे ने। ये लत्तां थकदियां नहीं सन, पर अज की हालत हो गई है। अज बुढ़ा होया शरीर
ਸਰਾਣੇ ਪਿਆ ਹੋਇਆ ਪਾਣੀ ਵਾਲਾ ਕੁੱਜਾ, ਬਾਬਾ ਫਰੀਦ ਜੀ ਦੇ ਉਹ ਪਾਣੀ ਵਾਲਾ ਕੁੱਜਾ, ਇੱਕ ਮਟਕਾ ਪਿਆ ਹੋਇਆ ਭਾਂਡਾ ਮਿੱਟੀ ਦਾ ਸਰਾਣੇ, ਉਹ ਚੁੱਕ ਕੇ ਪਾਣੀ ਪੀਣ ਦੀ ਹਿੰਮਤ ਨਹੀਂ ਸਰੀਰ ਵਿੱਚ। ਬਾਬਾ ਫਰੀਦ ਜੀ ਕਹਿੰਦੇ ਅੱਜ ਮੈਨੂੰ ਇਉਂ ਲੱਗਦਾ ਕਿ ਇਹ ਸਰਾਣੇ ਪਿਆ ਪਾਣੀ ਦਾ ਕੁੱਜਾ ਜਿਵੇਂ ਉਹ 100 ਕੋਹਾਂ ਤੇ ਪਿਆ ਹੋਇਆ ਹੋਵੇ, ਇਹ ਨੇੜੇ ਨਹੀਂ ਲੱਗਦਾ। ਕਦੇ ਇਹਨਾਂ ਲੱਤਾਂ ਵਿੱਚ ਇੰਨੀ ਜਾਨ ਸੀ, ਨਿੱਕੀਆਂ ਨਿੱਕੀਆਂ ਲੱਤਾਂ ਵਿੱਚ, ਇਹ ਜੰਗਲ ਵੇਲੇ ਗਾਉਂਦਿਆਂ, ਚੜਾਈਆਂ ਚੜ੍ਹਦਿਆਂ, ਖੱਡਾਂ 'ਚ ਉਤਰਦਿਆਂ, ਸਾਗਰਾਂ ਤੇ ਨਾਪਦਿਆਂ, ਇਹ ਕਦੇ ਥੱਕਦੀਆਂ ਨਹੀਂ ਸਨ। ਪਰ ਅੱਜ ਕੀ ਹੋ ਗਿਆ, ਬੁੱਢੀ ਅਵਸਥਾ ਵਿੱਚ ਕਹਿੰਦੇ ਨੇ ਇੰਨੀ ਨਿੱਕੀ ਜੰਗੀਆਂ ਫਲ ਡੁਗਰ ਪਵਿਓ, ਇੰਨੀ ਨਿੱਕੀ ਜੰਗੀਆਂ ਥਲ ਡੁਗਰ ਪਵਿਓ, ਅੱਜ ਫਰੀਦ ਕੂਜੜਾ ਸੈ ਕੋਹਾਂ ਥਿਓ, ਅੱਜ ਫਰੀਦਾ ਕੁੱਜੜਾ। ਕਹਿੰਦੇ ਅੱਜ ਪਾਣੀ ਵਾਲਾ ਕੁੱਜਾ ਸਰਾਣੇ ਪਿਆ ਹੋਇਆ, ਸੈ ਕੋਹਾਂ ਥਿਓ, ਉਹ 100 ਕੋਹਾਂ ਤੇ ਪਿਆ ਹੋਇਆ ਜਾਪਦਾ ਹੈ। ਬਾਬਾ ਫਰੀਦ ਜੀ ਆਪਣੇ ਰੰਗ ਦੇ ਵਿੱਚ ਬੈਠੇ ਉਸ ਜੰਗਲ ਦੇ ਟੁਕੜੇ ਵਿੱਚ ਹੇਠਾਂ ਇੱਕ ਤਲਾਈ ਵਿਛਾਈ ਹੋਈ ਹੈ, ਛੋਟੀ ਜਿਹੀ ਤਲਾਈ, ਜਿਹਨੂੰ ਤਲਾਈ ਕਹਿ ਲਓ, ਛੋਟੀ ਰਜਾਈ ਕਹਿ ਲਓ, ਗੰਧੋਲੀ ਕਹਿ ਲਓ। ਬਾਬਾ ਫਰੀਦ ਜੀ ਖਿੰਥੜ ਕਹਿੰਦੇ ਨੇ, ਖਿੰਥੜ, ਕਿਉਂਕਿ ਬਾਬਾ ਫਰੀਦ ਜੀ ਦੀ ਪੰਜਾਬੀ ਬੋਲੀ ਉਹ ਲਹਿੰਦੇ ਪਾਕਿਸਤਾਨ ਵਾਲੀ ਹੈ, ਮੁਲਤਾਨ ਦੇ ਨੇੜੇ ਤੇੜੇ ਦੀ, ਪਾਕ ਪਟਨ ਦਾ ਏਰੀਆ। ਬਾਬਾ ਫਰੀਦ ਜੀ ਲਹਿੰਦੀ ਪੰਜਾਬੀ ਦੇ ਵਿੱਚ ਸ਼ਬਦ ਵਰਤਦੇ ਨੇ ਖਿੰਥੜ। ਉਸ ਤਲਾਈ ਨੂੰ ਵੇਖ ਰਹੇ ਸਨ। ਤਲਾਈ ਦੇ ਇੱਕ ਨਗੰਦੇ ਦੇ ਵਿੱਚ ਆਪਣੀ ਉਂਗਲ ਨੂੰ ਫਸਾ ਕੇ ਬਾਬਾ ਫਰੀਦ ਜੀ ਐਉਂ ਖਿੱਚ ਰਹੇ ਸਨ ਧਾਗੇ ਨੂੰ ਉੱਪਰ ਨੂੰ, ਤੇ ਤਲਾਈ ਵੱਲ ਵੇਖਦਿਆਂ ਯਾਦ ਆ ਗਈ, ਚੇਤਾ ਆ ਗਿਆ ਆਪਣੀ ਮਾਂ ਦਾ। ਕਿਉਂਕਿ ਸਾਧ ਸੰਗਤ ਅੱਜ ਵੀ ਆਪਾਂ ਇੱਕ ਮਾਂ ਦੀ ਯਾਦ ਵਿੱਚ ਬੈਠੇ ਹੋਏ ਆ। ਜਿੰਨੇ ਰਿਸ਼ਤੇ ਨਾਤੇ ਨੇ ਬੰਦੇ ਦੀ ਦੁਨੀਆ ਦੇ ਵਿੱਚ, ਮਾਂ ਦਾ ਰਿਸ਼ਤਾ ਸਾਰੇ ਰਿਸ਼ਤਿਆਂ ਦੇ ਨਾਲੋਂ ਵੱਖਰਾ, ਨਵੇਕਲਾ, ਆਪਣੀ ਕਿਸਮ ਦਾ ਰਿਸ਼ਤਾ ਹੈ। ਕਿਉਂਕਿ ਜਿੰਨੇ ਰਿਸ਼ਤੇ ਨੇ ਦੁਨੀਆ ਦੇ ਵਿੱਚ, ਉਹ ਤੇ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਵਿੱਚ ਬਣਦੇ ਨੇ। ਬੱਚਾ ਸਹੀ ਸਲਾਮਤ ਜੰਮ ਪਵੇ ਤਾਂ ਰਿਸ਼ਤੇ ਨਾਤੇ ਬਾਕੀ ਦੇ ਬਣਦੇ ਨੇ, ਕਿ ਬਾਪ ਹੈ, ਭਰਾ ਹੈ, ਭੈਣ ਹੈ, ਦਾਦਕੇ ਨਾਨਕੇ। ਪਰ ਇੱਕ ਮਾਂ ਦੇ ਨਾਲ ਰਿਸ਼ਤਾ ਐਸਾ ਹੈ ਜਿਹੜਾ ਜੰਮਣ ਤੋਂ 9 ਮਹੀਨੇ ਪਹਿਲਾਂ ਸਾਂਝ ਪੈ ਜਾਂਦੀ ਮਾਂ ਦੇ ਨਾਲ। ਜੰਮਣ ਤੋਂ ਵੀ 9 ਮਹੀਨੇ ਪਹਿਲਾਂ ਮਾਂ ਦੇ ਨਾਲ ਇੱਕ ਸਾਹ ਗੁਜ਼ਾਰੇ ਹੁੰਦੇ ਨੇ। 9 ਮਹੀਨੇ ਮਾਂ ਦੇ ਸਾਹਾਂ ਚੋਂ ਸਾਹ ਆਇਆ ਸੀ, ਮਾਂ ਦੇ ਭੋਜਨ ਵਿੱਚੋਂ ਭੁੱਖ ਮਿਟੀ ਸਾਡੀ, ਹੱਡ ਮਾਸ ਨਾੜਾਂ ਦੀ ਸਾਂਝ ਮਾਂ ਦੇ ਨਾਲ ਬੜੀ ਵੱਖਰੀ ਜਿਹੀ ਕਿਸਮ ਦੀ ਹੈ। ਇਸ ਕਰਕੇ ਮਾਂ ਦਾ ਰਿਸ਼ਤਾ ਬਾਕੀ ਰਿਸ਼ਤਿਆਂ ਤੋਂ ਵੱਖਰਾ ਕੋਈ ਰਿਸ਼ਤਾ ਇਹ ਥਾਂ ਨਹੀਂ ਲੈ ਸਕਦਾ। ਤੇ ਬਾਬਾ ਫਰੀਦ ਜੀ ਨੂੰ ਮਾਂ ਦਾ ਖਿਆਲ ਆ ਗਿਆ, ਕਿਉਂਕਿ ਜਦੋਂ ਘਰੋਂ ਤੁਰਨ ਲੱਗੇ ਸਨ ਜਵਾਨੀ ਦੀ ਉਮਰ ਵਿੱਚ, ਘਰ-ਬਾਰ ਛੱਡ ਕੇ ਬਾਬਾ ਫਰੀਦ ਜੀ ਤੁਰਨ ਲੱਗੇ ਸਨ ਭਗਤੀ ਕਰਨੇ ਨੂੰ, ਰੱਬ ਦੀ ਬੰਦਗੀ ਕਰਨੇ ਨੂੰ, ਰੱਬ ਨੂੰ ਲੱਭਣ ਲਈ। ਤੇ ਉਸ ਵੇਲੇ ਮਾਂ ਨੇ ਇਹ ਤਲਾਈ ਬਾਬਾ ਫਰੀਦ ਜੀ ਨੂੰ ਦਿੱਤੀ ਸੀ। ਮਾਂ ਨੇ ਆਵਾਜ਼ ਮਾਰ ਕੇ ਆਉਣ ਲੱਗਿਆਂ, ਆਖਰੀ ਮੁਲਾਕਾਤ ਮਾਂ ਦੇ ਨਾਲ, ਤੇ ਮਾਂ ਨੇ ਤਲਾਈ ਦਿੱਤੀ ਸੀ ਬਾਬਾ ਫਰੀਦ ਜੀ ਨੂੰ ਆਪਣੀ ਨਿਸ਼ਾਨੀ। ਕਿਉਂਕਿ ਸਾਧ ਸੰਗਤ ਜਿਹੋ ਜਿਹੀ ਮਾਂ ਬਾਬਾ ਫਰੀਦ ਜੀ ਨੂੰ ਬਚਪਨ ਦੇ ਵਿੱਚ ਮਿਲੀ, ਇਸ ਤਰ੍ਹਾਂ ਦੀ ਮਾਂ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ, ਵੱਡੇ ਭਾਗਾਂ ਦੇ ਨਾਲ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ, ਸਿਆਣੇ ਲੋਕ ਵੀ ਦੁਨੀਆ ਦੀ ਗੱਲ ਕਰਦੇ ਨੇ ਕਿ ਕਿਸੇ ਵੀ ਬੱਚੇ ਦਾ ਭਵਿੱਖ ਬਣਾਉਣਾ ਮਾਂ ਦੇ ਹੱਥ ਹੁੰਦਾ ਹੈ। ਮਾਂ ਚਾਵੇ ਆਪਣੇ ਪੁੱਤ ਨੂੰ ਸਾਧ ਬਣਾ ਦੇਵੇ, ਮਾਂ ਚਾਵੇ ਤੇ ਚੋਰ ਬਣਾ ਦੇਵੇ,
ਬਹੁਤਾ ਕੁਝ ਮਾਂ ਦੇ ਹੱਥ ਹੈ। ਤੇ ਪਰ ਬਾਬਾ ਫਰੀਦ ਜੀ ਨੂੰ ਜਿਹੜੀ ਮਾਂ ਮਿਲੀ ਉਹ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ। ਬਾਬਾ ਫਰੀਦ ਜੀ ਨਿੱਕੇ ਜਿਹੇ ਸਨ। ਅੱਜ ਜੰਗਲ ਵਿੱਚ ਬੁੱਢੇ ਹੋਏ ਫਰੀਦ ਨੂੰ ਸਾਰਾ ਕੁਝ ਮਾਂ ਦਾ ਇੱਕ ਗੱਲ ਯਾਦ ਆ ਰਹੀ ਹੈ ਨਿੱਕੇ ਹੁੰਦਿਆਂ ਦੀ। ਡੂੰਗੀ ਸੁਰਤ ਜੁੜ ਗਈ ਮਾਂ ਦੇ ਨਾਲ। ਤੇ ਬਾਬਾ ਫਰੀਦ ਜੀ ਨੂੰ ਯਾਦ ਆ ਰਿਹਾ ਕਿ 4-5 ਵਰਿਆਂ ਦੀ ਉਮਰ ਸੀ ਬਾਬਾ ਫਰੀਦ ਜੀ ਦੀ ਜਦੋਂ ਮਾਂ ਨੂੰ ਘਰ ਵਿੱਚ ਕੰਮਕਾਰ ਕਰਦਿਆਂ ਵੇਖਦੇ ਸਨ। ਘਰ ਵਿੱਚ ਦੌੜ ਦੌੜ ਕੇ ਸਾਰਾ ਕੰਮਕਾਰ ਕਰਦੀ ਮਾਂ, ਕਦੇ ਅੰਦਰ ਦਾ ਕਦੇ ਬਾਹਰ ਦਾ, ਕਦੇ ਕੂੜਾ ਕਰਕਟ, ਕਦੇ ਰੋਟੀ ਪਾਣੀ, ਕਦੇ ਭਾਂਡੇ ਧੋਂਦੀ, ਕਦੇ ਕੱਪੜੇ ਧੋਂਦੀ ਹੈ। ਬਾਬਾ ਫਰੀਦ ਜੀ ਨਿੱਕੇ ਜਿਹੇ 4-5 ਸਾਲ ਦੀ ਉਮਰ ਬੜੀ ਗੌਰ ਦੇ ਨਾਲ ਵੇਖੀ ਜਾਂਦੇ ਨੇ ਮਾਂ ਨੂੰ। ਅਕਸਰ ਬੱਚੇ ਕੁਝ ਸਿੱਖਦੇ ਨੇ ਬਚਪਨ ਵਿੱਚ, ਸਭ ਤੋਂ ਪਹਿਲਾ ਟੀਚਰ ਮਾਂ ਹੀ ਹੁੰਦੀ ਹੈ। ਮਾਂ ਨੂੰ ਵੇਖਦੇ ਗਏ। ਇੱਕ ਦਿਨ ਮਾਂ ਨੂੰ ਪੁੱਛਣ ਲੱਗੇ ਬਾਬਾ ਫਰੀਦ ਜੀ, ਬੜੇ ਸਿਆਣੇ ਨੇ, ਰੱਬ ਦੇ ਪਿਆਰੇ, ਰੱਬ ਦੇ ਬੰਦੇ, ਉਹ ਵੱਡੇ ਹੋ ਕੇ ਸਿਆਣੇ ਨਹੀਂ ਬਣਦੇ, ਉਹ ਜਨਮ ਤੋਂ ਹੀ ਸਿਆਣੇ ਹੁੰਦੇ ਨੇ। ਅਕਲਾਂ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ। ਜਨਮਾਂ ਜਨਮਾਂ ਦੀ ਅਕਲ ਪਹਿਲਾਂ ਹੀ ਹੁੰਦੀ ਹੈ। ਤੇ ਬਾਬਾ ਫਰੀਦ ਜੀ ਨਿੱਕੇ ਜਿਹੇ 4-5 ਸਾਲਾਂ ਦੇ ਮਾਂ ਨੂੰ ਪੁੱਛਣ ਲੱਗੇ ਨਿੱਕੀ ਜਿਹੀ ਆਵਾਜ਼ ਵਿੱਚ, ਕਹਿੰਦੇ ਮਾਂ ਤੇਰਾ ਸਾਰਾ ਦਿਨ ਕੰਮ ਨਹੀਂ ਮੁੱਕਦਾ। ਮੈਂ ਤੈਨੂੰ ਵੇਖਦਾ ਰਹਿਣਾ ਕਿ ਸਾਰਾ ਦਿਨ ਤੂੰ ਦੌੜ ਦੌੜ ਕੇ ਕੰਮ ਪਈ ਕਰਨੀ ਹੈ, ਕਦੇ ਘਰ ਦਾ ਕਰਨੀ ਹੈ, ਕਦੇ ਬਾਹਰ ਦਾ ਕਰਨੀ ਹੈ, ਦੌੜੀ ਰਹਿਣੀ ਹੈ, ਥੱਕਦੀ ਨਹੀਂ। ਪਰ ਮਾਂ ਮੈਨੂੰ ਇੱਕ ਗੱਲ ਇਹ ਵੀ ਪਤਾ ਹੈ ਕਿ ਤੂੰ ਜਿੰਨੇ ਕੰਮ ਕਰਨੀ ਹੈ ਉਹ ਸਾਡੇ ਕਰਕੇ ਕਰਨੇ ਪੈਂਦੇ ਨੇ ਤੈਨੂੰ, ਤੂੰ ਕੱਲੀ ਨਹੀਂ ਕਰਦੀ। ਮਾਂ ਤੇਰੇ ਸਾਰੇ ਕੰਮ ਸਾਡੇ ਨਾਲ ਜੁੜੇ ਹੋਏ ਨੇ, ਘਰ ਦੇ ਬਾਕੀ ਜੀਆਂ ਦੇ ਨਾਲ। ਮਾਂ ਹੱਸ ਕੇ ਪੁੱਛਦੀ ਫਰੀਦ ਹੋ ਕਿਵੇਂ? ਤੇ ਨਿੱਕੇ ਜਿਹੇ ਫਰੀਦ ਸਾਹਿਬ ਨੇ ਕਿਹਾ ਸੀ, ਮਾਂ ਵੇਖ ਸਾਨੂੰ ਭੁੱਖ ਲੱਗਦੀ ਏ, ਤੂੰ ਖਾਣਾ ਬਣਾਉਣ ਲੱਗ ਪੈਂਦੀ ਏ। ਅਸੀਂ ਰੋਟੀ ਖਾ ਲਈਏ, ਭਾਂਡੇ ਜੂਠੇ ਹੋ ਜਾਂਦੇ ਨੇ, ਫਿਰ ਤੂੰ ਭਾਂਡਿਆਂ ਨੂੰ ਸਾਫ਼ ਕਰਨ ਲੱਗ ਪੈਂਦੀ ਏ। ਕੱਪੜੇ ਸਾਡੇ ਮੈਲੇ ਹੁੰਦੇ ਨੇ, ਧੋਣੀ ਤੂੰ ਏ। ਘਰ ਵਿੱਚ ਕੂੜਾ ਕਰਕਟ ਅਸੀਂ ਖਿਲਾਰੀਏ, ਝਾੜੂ ਬੋਕਰ ਤੂੰ ਮਾਰਦੀ ਏ, ਸਫਾਈ ਤੂੰ ਕਰਨੀ। ਭਾਵ ਕਿ ਤੇਰੇ ਸਾਰੇ ਕੰਮ ਮਾਂ ਮੈਨੂੰ ਸਮਝ ਵਿੱਚ ਆਉਂਦੇ ਨੇ ਵੀ ਤੇਰਾ ਕਿਉਂ ਕੰਮ ਨਹੀਂ ਮੁੱਕਦਾ ਸਾਰਾ ਦਿਨ। ਸਾਰਾ ਦਿਨ ਤੂੰ ਕੰਮ ਕਿਉਂ ਕਰਨੀ ਏ? ਤੇਰਾ ਕੱਲਾ ਕੱਲਾ ਕੰਮ ਮੇਰੀ ਨਿਗਾਹ ਵਿੱਚ ਤੇ ਮੇਰੀ ਸਮਝ ਵਿੱਚ ਹੈ। ਪਰ ਮਾਂ ਇੱਕ ਤੇਰਾ ਕੰਮ ਮੈਨੂੰ ਸਮਝ ਨਹੀਂ ਆਉਂਦਾ। ਇੱਕ ਤੂੰ ਕੰਮ ਐਸਾ ਕਰਨੀ ਏ ਰੋਜ਼, ਉਹ ਮੈਨੂੰ ਪਤਾ ਨਹੀਂ ਲੱਗਦਾ ਵੀ ਤੂੰ ਕਿਉਂ ਕਰਨੀ ਏ। ਉਹ ਤੇਰਾ ਕੰਮ ਸਾਡੇ ਨਾਲ ਜੁੜਦਾ ਨਹੀਂ। ਮਾਂ ਨੇ ਪੁੱਛਿਆ ਹੱਸ ਕੇ, ਫਰੀਦ ਪੁੱਤ ਉਹ ਕਿਹੜਾ? ਤੇ ਫਰੀਦ ਕਹਿਣ ਲੱਗਾ ਨਿੱਕਾ ਜਿਹਾ 4 ਵਰਿਆਂ ਦਾ, ਕਹਿੰਦਾ ਮਾਂ ਸਾਰੇ ਕੰਮਾਂ ਕਾਰਾਂ ਤੋਂ ਵਿਹਲੀ ਹੋ ਕੇ ਜਦੋਂ ਤੂੰ ਮੂੰਹ ਹੱਥ ਧੋ ਕੇ ਇੱਕ ਸਾਫ਼ ਕੱਪੜਾ ਜ਼ਮੀਨ ਤੇ ਵਿਛਾ ਕੇ ਗੋਡੇ ਮੂਧੇ ਮਾਰ ਅੱਖਾਂ ਮੀਟ ਕੇ ਬਹਿ ਜਾਨੀ ਏ, ਉਦੋਂ ਕੀ ਕਰਨੀ ਹੁੰਨੀ ਏ? ਉਹ ਤੇਰਾ ਕੰਮ ਸਾਡੇ ਨਾਲ ਨਹੀਂ ਜੁੜਦਾ, ਉਹ ਸਾਡੇ ਕਰਕੇ ਨਹੀਂ ਕਰਨਾ ਪੈਂਦਾ, ਉਹ ਤੂੰ ਕੱਲੀ ਕਰਨੀ ਹੈ। ਉਦੋਂ ਕੀ ਕਰਨੀ ਹੈ? ਮਾਂ ਬੜੀ ਸਿਆਣੀ ਹੈ। ਬਸ ਇਹ ਮਾਂ ਦੀ ਸਿਆਣਪ ਹੀ ਸੀ ਕਿ ਫਰੀਦ ਨੂੰ ਸੰਤ ਬਣਾ ਦਿੱਤਾ, ਭਗਤ ਬਣਾ ਦਿੱਤਾ ਬਚਪਨ ਵਿੱਚ। ਮਾਂ ਕਹਿਣ ਲੱਗੀ ਸੁਣ ਕੇ ਫਰੀਦ ਦੀ ਗੱਲ, ਪੁੱਤਰ ਉਸ ਵੇਲੇ ਮੈਂ ਨਮਾਜ਼ ਪੜ੍ਹਦੀ ਹਾਂ, ਉਸ ਵੇਲੇ ਮੈਂ ਰੱਬ ਨੂੰ ਯਾਦ ਕਰਦੀ, ਅੱਲਾ ਅੱਲਾ ਕਰਦੀ ਹਾਂ। ਤੇ ਬਾਬਾ ਫਰੀਦ ਜੀ ਪੁੱਛਣ ਲੱਗੇ ਮਾਂ ਅੱਲਾ ਕੌਣ ਹੈ? ਅੱਲਾ ਨੂੰ ਯਾਦ ਕਰੀਏ ਫੇਰ ਕੀ ਹੁੰਦਾ ਹੈ? ਅੱਲਾ ਸਾਨੂੰ ਕੀ ਦਿੰਦਾ ਹੈ? ਮਾਂ ਹੁਣ ਏਡੀ ਸਿਆਣੀ ਹੈ, ਮਾਂ ਨੇ ਸੋਚਿਆ ਕਿ ਲੋਹਾ ਗਰਮ ਹੈ, ਤਾੜ ਕੇ ਸੱਟ ਮਾਰੀਏ ਤੇ ਪੁਰਜਾ ਬਣ ਜਾਣਾ ਹੈ। ਮਾਂ ਨੇ ਏਡੀ ਸਿਆਣਪ ਕੀਤੀ ਕਿਉਂਕਿ ਹਰ ਇੱਕ ਮਾਂ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਉਹਦੀਆਂ ਖੂਬੀਆਂ ਨੂੰ, ਉਹਦੀਆਂ ਕਮਜ਼ੋਰੀਆਂ ਨੂੰ ਚੰਗੀ ਤਰ੍ਹਾਂ ਜਾਣਦੀ ਹੁੰਦੀ ਏ। ਮਾਂ ਜਾਣਦੀ ਸੀ ਕਿ ਮੇਰਾ ਫਰੀਦ ਮਿੱਠਾ ਖਾਣ ਦਾ ਬੜਾ ਸ਼ੌਕੀਨ ਹੈ, ਬੱਚਿਆਂ ਵਾਂਗ ਰੋਜ਼ ਮਿੱਠਾ ਮੰਗਦਾ ਏ ਲੜ ਲੜ ਕੇ ਮੇਰੇ ਨਾਲ। ਤੇ ਮਾਂ ਹੱਸ ਕੇ ਕਹਿਣ ਲੱਗੀ ਫਰੀਦ
जे अल्लाह अल्लाह करिए ते अल्लाह खाण नूं गुड़ दिंदा, शक्कर दिंदा, मिठा दिंदा। फरीद कहण लगा निक्का जिहा कहंदा मां सचमुच जे अल्लाह ताला खाण नूं गुड़ शक्कर दिंदा है ते मां मैं भी तेरे नाल अल्लाह अल्लाह करया करांगा। मैं तैथों मंगना ही नहीं हुण गुड़ शक्कर, कदे तू दे दिन्नी है, कदे झटका मार दिन्नी है, कदे कह दिन्नी है तेरे दंद खराब होने, तेरा पेट दुखेगा, बीमार हो जाएगा। इस करके मां मैं तैथों मंगना ही नहीं, मैं भी तेरे नाल बह के नमाज पढ़ांगा, अल्लाह अल्लाह करांगा ते मैं रब कोलों अल्लाह कोलों गुड़ शक्कर लवांगा। यही ते मां चाहुंदी सी। बस अगले दिन मां दे नाल मूंह हत्थ धोता फरीद ने, निक्का जिहा मुसल्ला जिते बह के नमाज पढ़ते हैं, क्योंकि इस्लाम नूं मनण वाला घर है मुसलमान ने। निक्का जिहा मुसल्ला विछ गया नमाज पढ़ने वाला, नाल मां दे गोडे मुद्धे मार के मां बह गई। फरीद नकलो हरकत करन लग पिया मां दी, जो जो मां करदी है निक्का जिहा फरीद ओ कुछ पिछे करी जांदा। जदों मां ने अखां मीचियां, फरीद ने भी अखां बंद कीतियां नकल करके, ते मां ने सपोकले जाए चोरी चोरी एक शक्कर दी निक्की जी पुड़ी फरीद दे मसल्ले दे हेठ रख दिती, कपड़े हेठ। नमाज पूरी होई ते मां कहन लगी फरीद वेख तां अल्लाह तेरे ते खुश होया, अल्लाह ने तेनू खाण नू कोई मिठा दिता, ते जदों कपड़ा चुकिया ते शक्कर ते मिल जानी सी, मां ने रखी सी। पर शक्कर मिलण दी देर से फरीद दा यकीन बज गया। फरीद रब दे विच यकीन रखण लग पिया कि कोई अल्लाह है, कोई रब है, सानू वेखदा है, साडियां सुनदा है ते मनदा है, साडियां खाशां पूरियां करदा। उस दिन तो बाद मां नू कहना नहीं पिया कि आ फरीद नमाज पढ़ लईए। रोज नमाज पढ़दा, अल्लाह अल्लाह करदा, रोज गुड़ ते शक्कर मिलदा है, इच्छा पूरी हुंदी है रोज। पर एक दिन ऐसा भी आया फिर जिदन अल्लाह ताला ने सोहणे रब ने फरीद नू अपनी बुक्कल विच लै लिया। क्योंकि एक दिन ऐसा आया कि काली काली काम मकाउंदियां मां नू हो गया कवेला नमाज पढ़ने नू, ते गुड़ जां शक्कर रखण दा भुल गया चेता, ते नमाज पढ़न लग पई फरीद नू लैके। पर मां अज अरदासां करी जांदी है उस रब सोहणे अगे कि या रब्बा, या अल्लाह ताला अज मेरे फरीद दी लाज रख ले, अज मेरे फरीद दी बांह फड़ ले। जे अज इनू गुड़ शक्कर ना मिलिया ते मेरे फरीद दी भावना, शरदा, अकीदा तेरे तो टुट जावेगा। पर उस दिन भी कहंदे नमाज पूरी होई ते मां ते झिझकदी सी कुछ कहण तो, क्योंकि अज गुड़ शक्कर रखिया नहीं गया। फरीद ने काली काली कपड़ा चुकिया ते थल्लियों गुड़ दी रोड़ी मिल गई, गुड़ दी भेली जदों पेसी मिल गई गुड़ दी, ते मां ने हथ जोड़े फिर खुदा दे अगे दुआ कीती, या अल्लाह ताला हुण मैनू फिक्र करन दी लोड़ नहीं, हुण मेरे फरीद दी बांह तू आप फड़ लई। उस दिन तो बाद फिर मां नू ख्याल भुल गया, क्योंकि हुण फरीद ते रब एक हो गए सन। हुण रब सच्चा गुड़ शक्कर दिंदा सी। कहंदे ने कि बचपन विच बाबा फरीद जी जदों भी किते जी करना मिठा खाने नू, अपने हांडियां नू नाल लैना, जिहड़े नाल पढ़दे सन खेडदे सन, कहना आओ अल्लाह ताला कोलों गुड़ लईए, मिठा लईए। निक्के निक्के बच्चियां नू नाल लै अल्लाह अल्लाह खुदा खुदा करन लग पैना, ते सारियां नू मिठा रब वलों दिता मिलना। गुड़ शक्कर दे ढेर लगदे वेखे लोकां ने, ताइयों बाबा फरीद जी नू शक्कर गंज कहंदे ने। गंज गंज कहंदे ने खजाने नू, ढेर नू, भाव के शक्कर दे ढेर लगदे सन जिहदे सामने सच्चे रब दी दया दे नाल। इस करके बाबा फरीद जी नू गंज शक्कर भी कहंदे ने, जां शक्कर गंज। तो इस तरह बाबा फरीद जी दी भावना जुड़ गई मां दे नाल, मां दे थरू जुड़ गए रब दे नाल। अज जंगल विच बैठिया बुढ़े होए फरीद नू मां दा चेता आ रहा है कि मां ने किदां रब दे राह तोरिया,
मां ने किवें रब दे नेड़े लाया। जदों बाबा फरीद जी जवान होए ते अज चेता आ रहा कि एक दिन मां नूं आखिया सी, मां ओ सोहना रब, ओ सच्चा रब जेड़ा बचपन तो तेरा मेरा सारी दुनिया दा ख्याल रखदा आया है, मां मैं रब वेखना है, मैं वो सोहने रब दे दीदार करने ने। ते मां ने आखिया सी, फरीदा जे रब लभना है, जे सोहने रब नूं मिलना है, छड्ड दुनियादारी, इस दुनियादारी विच कुछ नहीं रखिया, एक पासे हो जा, छड्ड दे दुनिया, जा जंगलां दे विच जाके रब नूं लभ। और जानवर पंछी जंगलां विच रहिंदे ने, वेख किवें रब दे आसरे रहिंदे ने, कदे पल्ले रिजक नहीं बनदे, शाम दा खा के आलणियां च सौं जांदे ने, सवेर दा जमा नहीं करदे, आपे रब दिंदा है। जाके वेख के रब ते यकीन किवें करदे ने पशु पंछी। इस करके जा जंगलां। मां दे प्रेरे होए बाबा फरीद जी जंगल नूं तुरे सन उदों रब नूं लभण लई। अज फरीद साहब नूं चेता आ रहा वो दिन जदों मां ने तोरिया सी हथीं ते तुरन लग्गिया मां ने आखिया सी, फरीदा रुक जा, कुछ मैं तेनू देना है। मां फरीद नूं रोक अंदर गई, अंदर जाके अपना दाज वाला संदूक खोलिया ते संदूक दे विचों एक तलाई कढ के लियाई, ओही तलाई जिहड़ी फरीदकोट अज भी है, बुढ़ापे तक नाल रही। वो तलाई वो छोटी जी रजाई लिया के फरीद दे हत्थां ते रखी ते मां ने आखिया, फरीदा ये तलाई मैनू बड़ी प्यारी है, मैं निक्की हुंदी ने कुआरी हुंदी ने अपना दाज बनाउंदियां इस तलाई नूं तैयार कीता सी। फरीदा मैं अपने खेतां विच खिड़ी हुई कपाह नूं अपने हथी चुकिया, वेलणे विच दे के रूह ते बड़ेमे वखो वखरे करके इस रूह दियां वटियां सी पूणियां, पूणियां वट के भर के शकू चरखे दे कोल रख लिया सी। ते फरीदा सारी रात चरखा गेड़िया, तकले दी नोक ते रख के रूह नूं दे के चरखे नूं गेड़ा, अल्लाह 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 करदी ने उस रूह नूं सूत दी शक्ल विच बदल सुटिया। फिर उस सूत नूं अपने बेड़े विच डा के खड्डी ताना बाणा उण के उस सूत दा एक कपड़ा तैयार कीता सी अमरा, तीन पासियां तो सिਉਂ के उहनूं बाकी बचदा रूह ओहदे विच भर के बड़े प्रेम नाल नगंदे लाए, नगंदे ते तलाई तैयार कीती सी। ਉਹ ਨਗੰਦਿਆਂ ਨੂੰ ਲਾ ਕੇ ਪ੍ਰੇਮ ਦੇ ਨਾਲ ਇਹ ਤਲਾਈ ਤਿਆਰ ਕੀਤੀ। ਫਰੀਦਾ ਇਹਦੇ ਇੱਕ ਇੱਕ ਧਾਗੇ ਵਿੱਚ ਤੇਰੀ ਮਾਂ ਦਾ ਪ੍ਰੇਮ ਹੈ, ਤੇਰੀ ਮਾਂ ਦਾ ਈਮਾਨ ਸਮਾਇਆ ਹੋਇਆ ਹੈ। ਫਰੀਦਾ ਇਹ ਤਲਾਈ ਮੈਨੂੰ ਬੜੀ ਪਿਆਰੀ ਹੈ, ਪਰ ਪੁੱਤ ਤੂੰ ਮੈਨੂੰ ਇਦੋਂ ਵੀ ਵੱਧ ਪਿਆਰਾ ਹੈ, इस लई मैं तेनू आखिरी निशानी वजों ये तलाई दे रही हाँ, मेरी जिंद जान है। लै जा जंगल बेलियां विच घुमदे फिरदियां तेनू किते मां दा चेता आ जावे, मां अपनी बुढ़ी दा ख्याल आ जावे, इस तलाई नाल गल्लां करके वेखी, इहदे विचों तेनू मेरे हुंगारे मिलणगे। ये तलाई लै जा ते समझ लई मां तेरे नाल ही तुर गई तलाई दे विच। तो बाबा फरीद जी वो तलाई लैके आ गए सन घरों। बड़ा चिर 36 वरे तकरीबन जंगल बेलियां विच घुमे, सच्चे रब नूं लभदियां लभदे, पंछियां नूं वेखिया रब ते यकीन करदियां, पशु पंछी रब दे गुण गाउंदे वेखे, क्योंकि आप बाबा फरीद जी कहंदे ने, फरीदा हाँ बलिहारी तिना पंखियां जंगल जिन्ना वास, हाँ बलिहारी तिना पंखियां जंगल जिन्ना वास, कक्कर चुगण थल वसन रब ना छोड़न पास। बाबा फरीद जी कहते, फरीदा मैं बलिहारे जावां, मैं घोली जावां, जंगल विच वसदे उन्हां पंछियां तो, उन्हां जानवरां तो
ਜਿਹੜੇ ਕੱਕਰ ਚੁਗਦੇ ਨੇ, ਕੰਕਰ ਚੁਗਦੇ ਨੇ, ਕੋਰੇ ਦੇ ਨਾਲ ਲਪੇਟੇ ਹੋਏ ਠੰਡ ਦੇ ਵਿੱਚ ਦਾਣਿਆਂ ਤੇ ਕੋਰਾ ਪੈ ਜਾਂਦਾ, ਸਰਦੀਆਂ ਨੂੰ ਬਰਫ਼ ਜੰਮ ਜਾਂਦੀ ਦਾਣਿਆਂ ਤੇ, ਉਹ ਦਾਣੇ ਚੁਗਦੇ ਨੇ ਕੱਕਰ ਭਰੇ ਹੋਏ, ਪਰ ਫਿਰ ਵੀ ਇੰਨਾ ਕੁਝ ਮਿਹਨਤ ਕਰਕੇ ਖਾਂਦੇ, ਰੱਬ ਦਾ ਪਾਸਾ ਨਹੀਂ ਛੱਡਦੇ, ਅੰਮ੍ਰਿਤ ਵੇਲਾ ਨਹੀਂ ਖਿਜਾਉਂਦੇ। ਅੰਮ੍ਰਿਤ ਵੇਲੇ ਉੱਠ ਕੇ ਨਿੱਕੀਆਂ ਨਿੱਕੀਆਂ ਚਿੜੀਆਂ ਚਹਿਕ ਉੱਠਦੀਆਂ ਨੇ ਆਪੋ ਆਪਣੇ ਸਮੇਂ ਦੇ ਨਾਲ। ਅੰਮ੍ਰਿਤ ਵੇਲੇ ਰੱਬ ਸੱਚੇ ਦੀ ਉਸਤਤ ਕਰਦੇ ਨੇ, ਜੋ ਬੋਲਤ ਹੈ ਮਿਰਗ ਮੀਨ ਪੰਖੇਰੋ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਤੋ ਬਾਬਾ ਫਰੀਦ ਜੀ ਨੇ ਰੱਬ ਦੇ ਕੌਤਕ ਵੇਖੇ, ਜੰਗਲ ਵੇਲੇ ਗਾਏ, ਸਾਰੀ ਜ਼ਿੰਦਗੀ ਜੰਗਲਾਂ ਵਿੱਚ ਕੱਢੀ, ਅੱਜ ਬੁੱਢੇ ਹੋਏ ਸਨ। ਉਹ ਤਲਾਈ ਨੂੰ ਸਦਾ ਕੋਲ ਰੱਖਿਆ। 36 ਵਰੇ ਮਾਂ ਦੀ ਆਖਰੀ ਨਿਸ਼ਾਨੀ ਸਮਝ ਉਸ ਤਲਾਈ ਨੂੰ ਬਾਬਾ ਫਰੀਦ ਜੀ ਨੇ ਰੱਖਿਆ ਕੋਲ। ਜਿੱਦਾਂ ਦੀ ਲੋੜ ਹੋਈ ਵਰਤਦੇ ਰਹੇ। ਕਦੇ ਤਲਾਈ ਹੇਠਾਂ ਵਿਛਾ ਲੈਣੀ, ਕਦੇ ਢਾਸਣਾ ਜਾਂ ਗੋਲ ਸਰਾਣਾ ਬਣਾ ਕੇ ਪਿੱਛੇ ਰੱਖ ਲੈਣੀ, ਕਦੇ ਠੰਡ ਲੱਗਣੀ ਤੇ ਉੱਪਰ ਓੜ ਲੈਣੀ, ਭਾਵ ਕਿ ਉਸ ਤਲਾਈ ਨੂੰ ਮਾਂ ਦੀ ਆਖਰੀ ਨਿਸ਼ਾਨੀ ਸਮਝ ਬਾਬਾ ਫਰੀਦ ਜੀ ਨੇ ਸਦਾ ਕੋਲ ਰੱਖਿਆ। ਤੇ ਅੱਜ ਬਾਬਾ ਫਰੀਦ ਜੀ ਬੁੱਢੇ ਹੋਏ, ਇੱਕ ਖੜ ਸੁੱਕ ਹੋਏ ਰੁੱਖ ਦੇ ਨਾਲ ਢੋ ਲਾਈ ਬੈਠੇ, ਹੇਠਾਂ ਉਹੀ ਤਲਾਈ ਵਿਛਾਈ ਹੋਈ, ਇੱਕ ਨਗੰਦੇ ਦੇ ਵਿੱਚ ਧਾਗੇ ਦੇ ਵਿੱਚ ਉਂਗਲ ਫਸਾ ਕੇ ਖਿੱਚ ਰਹੇ ਸਨ ਤੇ ਨਾਲੇ ਮਾਂ ਨੂੰ ਯਾਦ ਕਰ ਰਹੇ ਸਨ। ਸਾਰਾ ਸੀਨ ਮਾਂ ਦਾ ਚਿੱਤੇ ਹੈ ਕਿ ਕਿਵੇਂ ਮਾਂ ਨੇ ਰੱਬ ਦੀ ਭਗਤੀ ਲਾਇਆ, ਘਰੋਂ ਤੋਰਿਆ ਤਲਾਈ ਦੇ ਕੇ। ਮਾਂ ਨੂੰ ਯਾਦ ਕਰਦਿਆਂ ਕਰਦਿਆਂ, ਕਿਉਂਕਿ ਮਾਂ ਤੇ ਚੁਰਕਣੀ ਖੁਦਾ ਦੇ ਚਰਨਾਂ ਵਿੱਚ ਚਲੇ ਗਈ ਸੀ, ਬੁੱਢੀ ਹੋ ਕੇ ਚਲੇ ਗਈ ਸੀ ਕਬਰਾਂ ਵਿੱਚ ਮਾਂ, ਤੇ ਮਰੀ ਮਾਂ ਨੂੰ ਯਾਦ ਕਰਦੇ ਫਰੀਦ ਸਾਹਿਬ ਠੰਡਾ ਜਿਹਾ ਹੌਕਾ ਮਾਰ ਕੇ ਮਾਂ ਨੂੰ ਚੇਤੇ ਕੀਤਾ। ਹੌਕਾ ਐਸਾ ਵੱਜਾ ਕਿ ਹੱਥ ਜ਼ੋਰ ਦੀ ਖਿੱਚਿਆ ਗਿਆ ਉੱਪਰ ਨੂੰ। ਜਦੋਂ ਹੱਥ ਜ਼ੋਰ ਦੀ ਖਿੱਚਿਆ ਗਿਆ, ਧਾਗਾ ਬੜਾ ਪੱਕਾ ਸੀ, ਧਾਗਾ ਤੇ ਨਾ ਟੁੱਟਾ, ਕਿਉਂ? ਬਾਜ਼ਾਰੂ ਹੁੰਦਾ ਤੇ ਟੁੱਟ ਜਾਂਦਾ। ਉਹ ਧਾਗਾ ਮਾਂ ਦੇ ਹੱਥਾਂ ਦਾ ਕੱਤਿਆ ਹੋਇਆ ਸੀ, ਈਮਾਨ ਸੀ ਮਾਂ ਦਾ ਸਮਾਇਆ ਹੋਇਆ ਉਹਦੇ ਵਿੱਚ, ਇਸ ਕਰਕੇ ਧਾਗਾ ਤੇ ਨਾ ਟੁੱਟਾ। ਪਰ ਬਾਬਾ ਫਰੀਦ ਜੀ ਦੇ ਬੁੱਢੇ ਹੋਏ ਸਰੀਰ ਦੇ ਵਿੱਚ ਧਾਗਾ ਫਿਰ ਗਿਆ। ਧਾਗਾ ਐਸਾ ਫਿਰਿਆ, ਬੁੱਢੀਆਂ ਹੋਈਆਂ ਉਂਗਲਾਂ ਧਾਗਾ ਵਿੱਚ ਫਿਰਿਆ ਤੇ ਵਿੱਚੋਂ ਖੂਨ ਵਗ ਤੁਰਿਆ। ਜਦੋਂ ਖੂਨ ਵਗਿਆ ਤੇ ਘਟਨਾ ਤੇ ਛੋਟੀ ਜਿਹੀ ਸੀ, ਸਾਡੇ ਰੋਜ਼ ਸੱਟਾਂ ਲੱਗਦੀਆਂ ਨੇ, ਸਾਡੇ ਰੋਜ਼ ਖੂਨ ਵਗਦਾ ਹੈ ਗਾਹੇ ਵਗਾਹੇ, ਪਰ ਸਾਡੇ ਅੰਦਰੋਂ ਕਦੇ ਗਿਆਨ ਨਹੀਂ ਫੁੱਟਦਾ। ਪਰ ਬਾਬਾ ਫਰੀਦ ਜੀ ਨੇ ਜਦੋਂ ਉਹ ਧਾਗਾ ਫਿਰਿਆ ਹੱਥਾਂ ਦੇ ਵਿੱਚ, ਉਸੇ ਵੇਲੇ ਸੁਰਤ ਅੱਲਾਹ ਤਾਲਾ ਦੇ ਚਰਨਾਂ ਦੇ ਨਾਲ ਜਾ ਲੱਗੀ। ਪਹਿਲਾਂ ਮਾਂ ਦੇ ਨਾਲ ਜੁੜੇ ਹੋਏ ਸਨ, ਜਿਉਂ ਖੂਨ ਨਿਕਲਿਆ ਧਾਗੇ ਦੇ ਨਾਲ ਉਂਗਲ ਦੇ ਵਿੱਚੋਂ, ਉਸੇ ਵੇਲੇ ਸੁਰਤ ਅੱਲਾਹ ਵੱਲ ਲੱਗ ਗਈ। ਕਿਉਂਕਿ ਜਿਹੜੇ ਰੱਬ ਦੇ ਬੰਦੇ, ਰੱਬ ਦੇ ਪਿਆਰੇ ਨੇ, ਸਾਧ ਸੰਗਤ, ਸਤਪੁਰਖ ਮਹਾਪੁਰਖ ਰੱਬ ਦੇ ਭਗਤ, ਉਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚੋਂ ਵੀ ਗਿਆਨ ਦੇਖਦੇ ਨੇ, ਗਿਆਨ ਕੱਢਦੇ ਨੇ। ਘਟਨਾ ਛੋਟੀਆਂ ਜਿਹੀਆਂ ਨੇ, ਸਾਡੇ ਸਾਹਮਣੇ ਰੋਜ਼ ਘਟਨਾਵਾਂ ਹੁੰਦੀਆਂ ਨੇ। ਸਾਡੇ ਮੂਹਰੇ ਰੋਜ਼ ਘਟਨਾਵਾਂ ਐਸੀਆਂ ਹੁੰਦੀਆਂ ਨੇ, ਸਾਡੇ ਅੰਦਰੋਂ ਕਦੇ ਗਿਆਨ ਨਹੀਂ ਫੁੱਟਦਾ, ਸਾਡੇ ਅੰਦਰੋਂ ਕਦੇ ਭਗਤੀ ਵੱਲ ਨੂੰ ਖਿਆਲ ਨਹੀਂ ਜਾਂਦਾ। ਪਰ ਜਿਹੜੇ ਰੱਬ ਦੇ ਬੰਦੇ ਨੇ, ਜਿਉਂ ਹੀ ਬਾਬਾ ਫਰੀਦ ਜੀ ਦੀ ਉਂਗਲ ਵਿੱਚ ਧਾਗਾ ਫਿਰਿਆ, ਕਿਉਂਕਿ ਇੱਕ ਪੰਜਾਬੀ ਦਾ ਕਵੀ ਹੈ ਸ਼ਿਵ ਕੁਮਾਰ ਬਟਾਲਵੀ, ਬੜੀ ਪਿਆਰੀ ਗੱਲ ਲਿਖਦਾ ਹੈ ਸ਼ਿਵ। ਉਹ ਕਹਿੰਦਾ ਏ, ਨਿੰਮ ਦੇ ਕੌੜੇ ਫੁੱਲਾਂ ਦੇ ਉੱਪਰ ਉਹਨੇ ਸ਼ਹਿਦ ਦੀਆਂ ਮੱਖੀਆਂ ਨੂੰ, ਸ਼ਹਿਦ ਪੀਣੇ ਵਾਲੇ ਭੌਰਿਆਂ ਨੂੰ ਮੰਡਰਾਉਂਦਿਆਂ ਵੇਖਿਆ ਨਿੰਮ ਦੇ ਫੁੱਲਾਂ ਤੇ। ਕਿਉਂਕਿ ਜਿਹੜਾ ਨਿੰਮ ਦਾ ਬੂਟਾ ਹੈ, ਸਾਧ ਸੰਗਤ, ਐਸਾ ਰੁੱਖ ਹੈ ਨਿੰਮ, ਉਹਦੇ ਫਲ ਵੀ ਕੌੜੇ, ਫੁੱਲ ਵੀ ਕੌੜੇ, ਛਿੱਲ ਵੀ ਕੌੜੀ, ਪੱਤੇ ਵੀ ਕੌੜੇ, ਬੜੀ ਕੌੜੀ ਕਸੈਲੀ ਹੁੰਦੀ ਨਿੰਮ, ਹਰ ਇੱਕ ਚੀਜ਼ ਕੌੜੀ ਹੈ। ਪਰ ਨਿੰਮ ਦੇ ਕੌੜੇ ਫੁੱਲਾਂ ਤੇ ਜਦੋਂ ਸ਼ਹਿਦ ਪੀਣ ਵਾਲੇ ਭੌਰਿਆਂ ਨੂੰ ਵੇਖਿਆ ਤੇ ਸ਼ਿਵ ਦੇ ਅੰਦਰੋਂ ਇੱਕ ਖਿਆਲ ਆਇਆ। ਉਹ ਕਹਿਣ ਲੱਗਾ, ਕਹਿੰਦਾ ਨਿੰਮੜੀ ਦੇ ਕਸੈਲੇ ਫੁੱਲਾਂ ਦੇ ਵਿੱਚ ਵੀ ਸ਼ਹਿਦ ਹੁੰਦਾ, ਨਿੰਮੜੀ ਦੇ
ਕਸੈਲੇ ਫੁੱਲਾਂ ਦੇ ਵਿੱਚ ਵੀ ਸ਼ਹਿਦ ਹੁੰਦਾ। ਕਸਮ ਹੈ ਤੈਨੂੰ ਜੇ ਭੌਰਿਆਂ ਨੂੰ ਆਖੇ ਤੂੰ ਸ਼ਦਾਈ। ਕਹਿੰਦਾ ਭੌਰੇ ਸ਼ਦਾਈ ਨਹੀਂ, ਸ਼ਹਿਦ ਕੱਢਣ ਵਾਲੇ ਨਿੰਮ ਦੇ ਕੌੜੇ ਫੁੱਲਾਂ ਵਿੱਚੋਂ ਵੀ ਸ਼ਹਿਦ ਕੱਢ ਲੈਂਦੇ ਨੇ। ਭਾਵ ਅੰਮ੍ਰਿਤ ਕੱਢਣ ਵਾਲੇ, ਗਿਆਨ ਕੱਢਣ ਵਾਲੇ ਰੱਬ ਦੇ ਭਗਤ, ਰੱਬ ਦੇ ਬੰਦੇ ਦੁਨੀਆਦਾਰੀ ਦੀਆਂ ਘਟਨਾਵਾਂ ਵਿੱਚੋਂ ਗਿਆਨ ਕੱਢ ਲੈਂਦੇ ਨੇ। ਜਿੰਨੀ ਬਾਣੀ ਹੈ ਭਗਤਾਂ ਦੀ ਹੋਵੇ, ਗੁਰੂ ਸਾਹਿਬਾਨ ਦੀ ਬਾਣੀ ਉਦਾਹਰਨਾਂ ਤੇ ਦੁਨੀਆਦਾਰੀ ਦੀਆਂ ਹੀ ਨੇ। ਉਹਦੇ ਵਿੱਚੋਂ ਗਿਆਨ ਕੱਢ ਕੇ ਸਾਡੇ ਸਾਹਮਣੇ ਰੱਬ ਦੇ ਬੰਦੇ ਐਸਾ ਗਿਆਨ ਰੱਖਦੇ ਨੇ ਕੱਢ ਕੇ ਦੁਨੀਆਦਾਰੀ ਦੀਆਂ ਘਟਨਾਵਾਂ ਵਿੱਚੋਂ ਕਿ ਰਹਿੰਦੀ ਦੁਨੀਆ ਤੱਕ ਪੂਰੀ ਮਾਨਵਤਾ ਲਈ ਬੜਾ ਠੋਸ, ਇੱਕ ਨਿੱਗਰ, ਇੱਕ ਸੋਲਿਡ ਜਿਹਾ ਉਪਦੇਸ਼ ਬਣ ਜਾਂਦਾ ਹੈ ਉਹ। ਤੇ ਬਾਬਾ ਫਰੀਦ ਜੀ ਦੇ ਨਾਲ ਘਟਨਾ ਹੋਈ। ਮਾਂ ਨੂੰ ਯਾਦ ਕਰਦਿਆਂ ਧਾਗਾ ਫਿਰਿਆ ਹੱਥ ਵਿੱਚ, ਖੂਨ ਨਿਕਲਿਆ ਉਂਗਲ ਦੇ ਵਿੱਚੋਂ, ਸੁਰਤ ਜੁੜੀ ਉਸੇ ਵੇਲੇ ਰੱਬ ਦੇ ਨਾਲ ਤੇ ਅੰਦਰੋਂ ਇੱਕ ਸ਼ਲੋਕ ਦਾ ਜਨਮ ਹੋਇਆ, ਜਿਹੜਾ ਸ਼ਬਦ ਤੁਸੀਂ ਸਰਵਣ ਕਰ ਰਹੇ ਹੋ। ਸ਼ਲੋਕ ਅੰਦਰੋਂ ਨਿਕਲਿਆ ਗਿਆਨ। ਕੀ ਕਹਿੰਦੇ ਨੇ ਉਹਦੇ ਅਰਥ ਸੁਣੋਗੇ ਤੇ ਹੈਰਾਨੀ ਹੁੰਦੀ ਹੈ ਕਿ ਕੈਸੇ ਰੱਬ ਦੇ ਪਿਆਰੇ ਨੇ। ਕਹਿੰਦੇ ਨੇ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ। ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ। ਵਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ। ਕਹਿੰਦੇ ਫਰੀਦਾ ਇਹ ਖਿੰਥੜ ਮੇਖਾਂ ਅਗਲੀਆਂ। ਖਿੰਥੜ ਬਾਬਾ ਫਰੀਦ ਜੀ ਦੀ ਬੋਲੀ, ਲਹਿੰਦੇ ਦੀ ਬੋਲੀ ਹੈ, ਪੰਜਾਬ ਲਹਿੰਦੇ ਦੀ, ਮੁਲਤਾਨੀ ਸਾਰੇਕੀ ਜਿਹਨੂੰ ਕਹਿੰਦੇ ਨੇ। ਕਹਿੰਦੇ ਖਿੰਥੜ ਕਹਿੰਦੇ ਨੇ ਬਾਬਾ ਫਰੀਦ ਜੀ ਗੰਧੋਲੀ ਨੂੰ, ਤਲਾਈ ਨੂੰ, ਰਜਾਈ ਨੂੰ। ਤੇ ਮੇਖਾਂ ਕਹਿੰਦੇ ਨੇ ਨਗੰਦਿਆਂ ਨੂੰ। ਜਿਹੜੇ ਟਾਂਕੇ ਤੋਪੇ ਨਗੰਦੇ ਲਾਏ ਨੇ ਉਹਨਾਂ ਨੂੰ ਬਾਬਾ ਫਰੀਦ ਜੀ ਮੇਖਾਂ ਕਹਿੰਦੇ ਨੇ। ਮੇਖਾਂ ਉਸ ਬੋਲੀ ਵਿੱਚ ਕਹਿੰਦੇ ਫਰੀਦਾ ਇਹ ਖਿੰਥੜ ਮੇਖਾਂ ਅਗਲੀਆਂ। ਅਗਲੀਆਂ ਤੋਂ ਭਾਵ ਪਹਿਲਾਂ ਦੀਆਂ। ਉਹ ਕਹਿੰਦੇ ਫਰੀਦਾ ਇਹ ਤਲਾਈ ਨੂੰ ਲੱਗੀਆਂ ਹੋਈਆਂ ਮੇਖਾਂ, ਇਹ ਤੋਪੇ ਟਾਂਕੇ ਨਗੰਦੇ, ਇਹ ਸਭ ਕੁਝ ਤੇਰੇ ਜਨਮ ਤੋਂ ਪਹਿਲਾਂ ਦਾ ਹੈ। ਅਗਲਾ ਭਾਵ ਤੇਰੇ ਮਾਂ ਦੀ ਦਾਜ ਦੀ ਨਿਸ਼ਾਨੀ ਹੈ। ਇਸ ਕਰਕੇ ਤੇਰੇ ਜਨਮ ਤੋਂ ਪਹਿਲਾਂ ਦੀ ਬਣੀ ਹੋਈ ਤਲਾਈ, ਤੇਰੇ ਜਨਮ ਤੋਂ ਪਹਿਲਾਂ ਦੇ ਲੱਗੇ ਹੋਏ ਟਾਂਕੇ, ਤੋਪੇ, ਨਗੰਦੇ, ਮੇਖਾਂ ਅਗਲੀਆਂ ਨੇ। ਪਰ ਕਿੰਨੀਆਂ ਪੱਕੀਆਂ ਨੇ, ਇੰਨੀਆਂ ਮਜ਼ਬੂਤ ਕਿ ਤੂੰ ਇਹ ਤੋਂ ਮਗਰੋਂ ਜੰਮਿਆ ਤੇ ਤੇਰੇ ਸਰੀਰ ਵਿੱਚ ਧਾਗਾ ਫਿਰਿਆ, ਤੇਰੇ ਜਨਮ ਤੋਂ ਪਹਿਲਾਂ ਦਾ ਬਣਿਆ ਹੋਇਆ ਧਾਗਾ ਫਿਰਿਆ ਤੇ ਤੇਰਾ ਸਰੀਰ ਪਾੜ ਸੁੱਟਿਆ ਇਹਨੇ, ਤੇਰਾ ਸਰੀਰ ਜ਼ਖਮੀ ਕਰ ਦਿੱਤਾ। ਭਾਵ ਕਿ ਕਿੰਨਾ ਪੱਕਾ ਹੈ, ਕਿੰਨੀਆਂ ਪੱਕੀਆਂ ਮੇਖਾਂ ਲੱਗੀਆਂ ਨੇ ਤਲਾਈ ਨੂੰ, ਜਿਹੜੀਆਂ ਤਲਾਈ ਨੂੰ ਟੁੱਟਣ ਨਹੀਂ ਦੇ ਰਹੀਆਂ। ਇਹ ਤਲਾਈ ਅੱਜ ਤੱਕ ਤਾਂ ਹੀ ਸਾਬਤ ਹੈ ਕਿ ਇਹਨੂੰ ਨਗੰਦੇ ਬੜੇ ਮਜ਼ਬੂਤ ਲੱਗੇ ਨੇ, ਇਹਨੂੰ ਮੇਖਾਂ ਬੜੀਆਂ ਪੱਕੀਆਂ ਲਾਈਆਂ ਨੇ ਮਾਂ ਨੇ, ਤਾਂ ਕਰਕੇ ਤਲਾਈ ਟੁੱਟਣ ਨਹੀਂ ਡਈ। ਉਹ ਫਰੀਦਾ ਉਹ ਤੇਰੇ ਸਰੀਰ ਨੂੰ ਤੇ ਇੱਕ ਵੀ ਐਸੀ ਮੇਖ ਨਹੀਂ ਲੱਗੀ, ਤੇਰੇ ਸਰੀਰ ਨੂੰ ਤੇ ਇੱਕ ਵੀ ਤੋਪਾ ਟਾਂਕਾ ਐਸਾ ਨਹੀਂ ਲੱਗਾ ਜਿਹਦੇ ਤੇ ਮਾਣ ਕਰ ਸਕੇ ਕਿ ਇਹਨੇ ਮੇਰੇ ਸਰੀਰ ਨੂੰ ਮਰਨ ਨਹੀਂ ਦੇਣਾ, ਇਹਨੇ ਮੈਨੂੰ ਟੁੱਟਣ ਨਹੀਂ ਦੇਣਾ। ਕਿਉਂਕਿ ਬੰਦੇ ਨੂੰ ਜਦੋਂ ਬਣਾਇਆ ਰੱਬ ਨੇ, ਇੱਕ ਸਰੀਰ ਮਿੱਟੀ ਦਾ, ਵਿੱਚ ਪਾਈ ਰੂਹ ਆਤਮਾ, ਤੇ ਦੋਨਾਂ ਦਾ ਮੇਲ ਕਰਕੇ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਹਰਜੀ ਪਰਮੇਸ਼ਰ ਨੇ ਜਦੋਂ, ਤੇ ਸਰੀਰ ਬਣ ਗਿਆ ਬੰਦੇ ਦਾ, ਜੀਂਦਾ ਜਾਗਦਾ ਮਨੁੱਖ ਬਣ ਗਿਆ। ਕਿਉਂਕਿ ਕੱਲਾ ਸਰੀਰ ਹੋਵੇ ਉਹਨੂੰ ਲਾਸ਼ ਕਹਿੰਦੇ ਨੇ, ਜੇ ਵਿੱਚ ਰੂਹ ਨਾ ਹੋਵੇ ਕੱਲਾ ਸਰੀਰ, ਉਹ ਹੁੰਦੀ ਆ ਲਾਸ਼, ਲੋਥ। ਜੇ ਕੱਲੀ ਰੂਹ ਫਿਰਦੀ ਹੋਵੇ, ਸਰੀਰ ਨਾ ਹੋਵੇ, ਉਹਨੂੰ ਭੂਤ ਕਹਿੰਦੇ ਨੇ ਲੋਕ। ਪਰ ਦੋਨੇ ਚੀਜ਼ਾਂ ਇਕੱਠੀਆਂ ਹੋ ਜਾਣ ਫੇਰ ਮਨੁੱਖ ਬਣਦਾ ਹੈ ਪੂਰਾ। ਰੂਹ ਤੇ ਬੁੱਤ ਰੱਬ ਨੇ ਇਕੱਠੇ ਕਰਕੇ ਜਦੋਂ ਦੋਨਾਂ ਦਾ ਮੇਲ ਕੀਤਾ ਤੇ ਮਨੁੱਖ ਬਣਿਆ। ਪਰ ਬਾਬਾ ਫਰੀਦ ਜੀ ਕਹਿੰਦੇ ਹੋਏ ਫਰੀਦਾ ਉਹ ਤੇਰੀ ਰੂਹ ਤੇ ਬੁੱਤ ਦਾ ਜਦੋਂ ਜੋੜ ਪਾਇਆ ਰੱਬ ਨੇ, ਉਹ ਕੱਚੇ ਧਾਗੇ ਨਾਲ ਪਾਇਆ ਹੋਇਆ ਏ। ਇੱਕ ਵੀ ਐਸਾ ਤੋਪਾ ਟਾਂਕਾ ਏਦਾਂ ਦੀ ਮੇਖ ਨਹੀਂ ਲੱਗੀ ਜਿੱਦਾਂ ਦੀ ਤੇਰੀ ਮਾਂ ਨੇ ਤਲਾਈ ਨੂੰ ਲਾਈਆਂ ਨੇ।
ਇੰਨਾ ਪੱਕਾ ਜੋੜ ਕੋਈ ਨਹੀਂ ਲੱਗਾ ਤੇਰੇ ਸਰੀਰ ਨੂੰ ਜਿਹਦੇ ਤੇ ਮਾਣ ਕਰ ਸਕੇ ਕਿ ਐਸ ਨਗੰਦੇ ਨੇ, ਐਸ ਮੇਖ ਨੇ ਮੈਨੂੰ ਮਰਨ ਨਹੀਂ ਦੇਣਾ, ਮੇਰੇ ਰੂਹ ਤੇ ਬੁੱਤ ਨੂੰ ਜੁਦੇ ਜੁਦੇ ਨਹੀਂ ਹੋਣ ਦੇਣਾ। ਉਹ ਕਿਸ ਚੀਜ਼ ਤੇ ਮਾਣ ਪਿਆ ਕਰਨਾ ਹੈ ਫਰੀਦਾ? ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ। ਇਹ ਤੋਪੇ ਟਾਂਕੇ ਅਗਲੀਆਂ ਤੇਰੇ ਜਨਮ ਤੋਂ ਪਹਿਲਾਂ ਦੀਆਂ ਨੇ, ਪਰ ਇਦਾਂ ਦੀ ਇੱਕ ਵੀ ਮੇਖ ਜਿੰਦ ਨਾ ਕਾਈ ਮੇਖ। तेरी जिंद नूं एक भी ऐसा टंका नहीं लाया, एक भी ऐसा नगंदा सच्चे रब ने एडा मजबूत नहीं लाया। कच्चे धागे नाल सीता होया तेरा शरीर मिट्टी दा भांडा, वो किस चीज ते मान पिया करना? उठ जाग होश कर। इस संसार ते आके कोई पक्के झंडे कढ के नहीं रह सकदा। आपो अपनी बारी नाल सब नूं तुरना ते तुरना ही पैना है। वेख वड्डे वड्डे शेख चले गए, वड्डे वड्डे उमराओ चले गए, पीर पैगंबर चले गए, अमीर गरीब अपना पराया दुखी सुखी सारियां नूं आखर जाना ते जाना ही पैना आपो अपनी बारी दे नाल। ते बाबा फरीद